ਸਤਿ ਸ਼੍ਰੀ ਅਕਾਲ ਜੀ। ਇੱਕ ਵਾਰ ਫਿਰ ਤੋਂ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਏਐਸ ਸਮਾਜਿਕ ਸਿੱਖਿਆ ਕਲਾਸ ਦੇ ਵਿੱਚ 10ਵੀਂ ਸ਼੍ਰੇਣੀ ਦੇ ਲਈ। ਇੱਕ ਵਾਰ ਫਿਰ ਤੋਂ ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਐਲਓ ਬੇਸ ਕੁਐਸਚਨ, ਲਰਨਿੰਗ ਆਊਟਕਮਸ ਬੇਸ ਕੁਐਸਚਨ, ਇਸ ਤਰ੍ਹਾਂ ਦੇ ਕੁਐਸਚਨ ਵੀ ਸਾਨੂੰ ਅੱਜ ਜੋ ਸਾਡਾ ਫਸਟ ਟਰਮ ਦਾ ਪੇਪਰ ਹੈ ਐਮਸੀਕਿਊ ਦੇ ਵਿੱਚ ਆ ਸਕਦੇ ਆ। ਐਮਸੀਕਿਊ ਦੇ ਲਈ ਆਸਾਨ ਨਹੀਂ ਸਮਝਣਾ, ਬਹੁਤ ਹੀ ਡਿਫਿਕਲਟੀ ਵੀ ਆ ਸਕਦੀ ਹੈਗੀ ਹੈ। ਇਸ ਕਰਕੇ ਸਾਰੇ ਦੇ ਸਾਰੇ ਚੈਪਟਰਸ ਔਰ ਜਿੰਨੇ ਵੀ ਤਰ੍ਹਾਂ ਦਾ ਮਟੀਰੀਅਲ ਸਾਨੂੰ ਮਿਲਦਾ ਹੈ ਉਸ ਨੂੰ ਬੜੇ ਚੰਗੇ ਤਰੀਕੇ ਦੇ ਨਾਲ ਪੜ੍ਹਿਆ ਜਾਵੇ। ਸਾਡੀ ਕੋਸ਼ਿਸ਼ ਰਹੇਗੀ ਕਿ ਸਮੇਂ-ਸਮੇਂ 'ਤੇ ਤੁਹਾਨੂੰ ਵੀਡੀਓ ਭੇਜਦੇ ਰਹੀਏ ਤਾਂ ਕਿ ਤੁਹਾਡੀ ਰਿਵੀਜ਼ਨ ਬਹੁਤ ਅੱਛੇ ਤਰੀਕੇ ਦੇ ਨਾਲ ਹੋ ਜਾਵੇ। ਜਿਹੜੇ ਸਾਡੇ ਕੋਲ ਦਿਨ ਬਚੇ ਹਨ ਉਹਨਾਂ ਦੀ ਚੰਗੀ ਤਰ੍ਹਾਂ ਰਿਵੀਜ਼ਨ, ਜਿੰਨੀ ਵੱਧ ਤੁਹਾਡੀ ਤਿਆਰੀ ਹੈ ਉਸ ਤੋਂ ਵੱਧ ਜਿੰਨੀ ਵੀ ਤਿਆਰੀ ਅਸੀਂ ਕਰ ਸਕਦੇ ਹਾਂ ਉਸ ਕਰਨੀ ਹੈ। ਤਾਂ ਫਸਟ ਪ੍ਰਸ਼ਨ ਹੈ ਅੱਜ ਦਾ, ਨਵੀਂ ਨਾਲ ਭਰੀਆਂ ਹਵਾਵਾਂ ਰਾਹ ਵਿੱਚ ਰੁਕਾਵਟ ਨੂੰ ਪਾਰ ਕਰਨ ਅਤੇ ਠੰਡਾ ਹੋਣ ਅਤੇ ਮੀਂਹ ਪਾਉਣ ਲਈ ਉੱਠਦੀਆਂ ਹਨ। ਭਾਰਤ ਵਿੱਚ ਮੌਨਸੂਨ ਦੀ ਬਾਰਿਸ਼ ਕਿਸ ਕਿਸਮ ਦੀ ਬਾਰਿਸ਼ ਦੀ ਇੱਕ ਉਦਾਹਰਨ ਹੈ? ਇਸ ਕਿਸਮ ਦੀ ਬਾਰਿਸ਼ ਦਾ ਨਾਮ ਕੀ ਹੈ? ਤਾਂ ਇਹ ਪਹਾੜੀ ਬਾਰਿਸ਼ ਹੈ। ਤਾਂ ਕੁਐਸਚਨ ਨੂੰ ਬੜੇ ਧਿਆਨ ਨਾਲ ਸਮਝਣਾ, ਬਾਰ-ਬਾਰ ਪੜ੍ਹਨਾ, ਬਾਰ-ਬਾਰ ਸੁਣਨਾ, ਸਮਝਣ ਤੋਂ ਬਾਅਦ ਆਨਸਰ ਨੂੰ ਟਿਕ ਕਰਨਾ। ਠੀਕ ਹੈ ਜੀ। ਪਹਾੜੀ ਬਾਰਿਸ਼, ਕੁਲਵੰਤ ਦੇਹਰਾਦੂਨ ਤੋਂ ਜੈਸਲਮੇਰ ਭੇਜ ਦਿੱਤਾ ਗਿਆ। ਕੁਲਵੰਤ ਨੂੰ ਦਿੱਤਾ ਗਿਆ ਸੀ। ਉੱਥੇ ਦਿਨ ਦੇ ਦੌਰਾਨ ਇੱਕ ਗਰਮ ਅਤੇ ਖੁਸ਼ਕ ਪੱਛਮੀ ਹਵਾ ਹੁੰਦੀ ਹੈ ਜਿਸ ਦਾ ਤਾਪਮਾਨ ਵਧੇਰੇ ਹੁੰਦਾ ਹੈ ਤੇ ਇਸ ਨੂੰ ਸਥਾਨਕ ਭਾਸ਼ਾ ਵਿੱਚ ਡੈਸ਼ ਕਹਿੰਦੇ ਹਨ। ਲੂ ਇਸ ਦਾ ਸਹੀ ਆਨਸਰ ਰਹੇਗਾ ਲੂ। ਕੁਐਸਚਨ ਨੂੰ ਧਿਆਨ ਨਾਲ ਪੜ੍ਹਨਾ, ਬਾਰ-ਬਾਰ ਪੜ੍ਹਨਾ, ਜਦ ਸਮਝ ਆਵੇ ਫਿਰ ਆਨਸਰ ਟਿਕ ਕਰਨਾ। ਮਨਜੀਤ ਅਤੇ ਦਵਿੰਦਰ ਗਰਮੀਆਂ ਦੀਆਂ ਛੁੱਟੀਆਂ ਵਿੱਚ ਮੇਘਾਲਿਆ ਗਏ ਸਨ। ਮਨਜੀਤ ਹੈਰਾਨ ਹੋਇਆ ਅਤੇ ਉਸਨੇ ਦਵਿੰਦਰ ਨੂੰ ਦੱਸਿਆ ਕਿ ਇੱਥੇ ਸਾਰਾ ਸਾਲ ਬੱਦਲਾਂ ਨਾਲ ਆਕਾਸ਼ ਛਾਇਆ ਹੋਇਆ ਹੈ। ਵਿਦਿਆਰਥੀਓ, ਕੀ ਤੁਸੀਂ ਦੱਸ ਸਕਦੇ ਹੋ ਕਿ ਭਾਰਤ ਵਿੱਚ ਉਹ ਕਿਹੜੀ ਥਾਂ ਹੈ, ਕਿਹੜੀ ਜਗ੍ਹਾ ਹੈ ਜਿੱਥੇ ਲੋਕ ਬੱਦਲਾਂ ਦਾ ਚਿਹਰਾ ਦੇਖਣ ਨੂੰ ਵੀ ਤਰਸਦੇ ਹਨ? ਤਾਂ ਨੀਚੇ ਦਿੱਤੇ ਹੋਏ ਆਪਸ਼ਨਸ ਦੇ ਵਿੱਚ ਜੈਸਲਮੇਰ ਜੋ ਕਿ ਰਾਜਸਥਾਨ ਦੇ ਵਿੱਚ ਹੈ। ਨੇਚਰਲੀ ਅਗਰ ਤੁਸੀਂ ਮੈਪ ਪੜ੍ਹਿਆ ਹੋਇਆ ਹੈ ਧਿਆਨ ਦੇ ਨਾਲ ਤਾਂ ਤੁਹਾਨੂੰ ਪਤਾ ਹੈ ਕਿ ਜੈਸਲਮੇਰ ਰਾਜਸਥਾਨ ਦੇ ਵਿੱਚ ਹੈ, ਤਾਂ ਅਸੀਂ ਜੈਸਲਮੇਰ ਟਿਕ ਕਰਾਂਗੇ। ਤੀਸਰਾ ਜਿਹੜਾ ਆਪਸ਼ਨ ਇਹਦਾ ਸਹੀ ਰਹੇਗਾ। ਮਲਿਕਾ ਅਰਜੁਨ ਭਾਰਤ ਦੇ ਦੱਖਣੀ ਹਿੱਸੇ ਵਿੱਚ ਤੱਟ ਦੇ ਨੇੜੇ ਰਹਿੰਦੀ ਹੈ। ਉਹ ਉਸੇ ਮੌਸਮ ਤੋਂ ਤੰਗ ਆ ਗਈ ਹੈ, ਯਾਨੀ ਕਿ ਇੱਕ ਪ੍ਰਕਾਰ ਦੇ ਮੌਸਮ ਤੋਂ ਹੀ ਉਹ ਤੰਗ ਆ ਗਈ ਹੈ, ਤੱਟ ਦੇ ਮੌਸਮ ਤੋਂ। ਉਹ ਅਜਿਹੀ ਜਗ੍ਹਾ ਜਾਣਾ ਚਾਹੁੰਦੀ ਹੈ ਜਿੱਥੇ ਸਰਦੀਆਂ ਵਿੱਚ ਮੌਸਮ ਬਹੁਤ ਠੰਡਾ ਤੇ ਗਰਮੀਆਂ ਵਿੱਚ ਬਹੁਤ ਗਰਮ ਹੋਵੇ। ਤੁਸੀਂ ਉਸ ਨੂੰ ਕਿਸ ਰਾਜ ਵਿੱਚ ਜਾਣ ਦੀ ਸਲਾਹ ਦੇਵੋਗੇ? ਤਾਂ ਇਸ ਦਾ ਸਹੀ ਉੱਤਰ ਹੋਏਗਾ ਜੀ ਪੰਜਾਬ, ਕਿਉਂਕਿ ਅਸੀਂ ਜਾਣਦੇ ਹਾਂ ਜੋ ਪੰਜਾਬ ਦੇ ਵਿੱਚ ਰਹਿਣ ਵਾਲੇ ਲੋਕ ਨੇ ਕਿ ਪੰਜਾਬ ਵਿੱਚ ਸਰਦੀਆਂ ਵਿੱਚ ਮੌਸਮ ਬਹੁਤ ਠੰਡਾ ਤੇ ਗਰਮੀਆਂ ਵਿੱਚ ਬਹੁਤ ਗਰਮ ਹੁੰਦਾ ਹੈ। ਆਪਣੇ ਦੋਸਤ ਦੀਦਾਰ ਨਾਲ ਗੱਲ ਕਰਦਾ ਦਵਿੰਦਰ ਨੇ ਉਸ ਨੂੰ ਪੁੱਛਿਆ ਕਿ ਇਸ ਸਾਲ ਦੌਰਾਨ ਜਿਹੜੀ ਮੌਨਸੂਨ ਹੈ ਪੰਜਾਬ ਵਿੱਚ ਬਹੁਤ ਘੱਟ ਬਾਰਿਸ਼ ਹੋਈ। ਮੌਨਸੂਨ ਦੀਆਂ ਕਿਹੜੀਆਂ ਵਿਸ਼ੇਸ਼ਤਾਵਾਂ ਵਿੱਚੋਂ ਇੱਕ ਹੈ? ਤਾਂ ਅਸਥਿਰਤਾ, ਯਾਨੀ ਕਿ ਸਥਿਰ ਨਹੀਂ ਹੈ ਮੌਨਸੂਨ, ਵੱਧ ਘੱਟ ਹੋਈ ਹੈ, ਤਾਂ ਅਸਥਿਰਤਾ ਇਸ ਦਾ ਸਹੀ ਆਨਸਰ ਰਹੇਗਾ। ਜਦੋਂ ਭੂਗੋਲ ਕਲਾਸ ਦੇ ਅਧਿਆਪਕ ਅਤੇ ਵਿਦਿਆਰਥੀ ਹਿਮਾਲਿਆਈ ਬਾਰਿਸ਼ ਦੇ ਲਾਭਾਂ ਅਤੇ ਭਾਰਤ ਦੇ ਜਲਵਾਯੂ ਵਿੱਚ ਹਿਮਾਲਿਆ ਦੇ ਲਾਭਾਂ ਬਾਰੇ ਚਰਚਾ ਕਰ ਰਹੇ ਸਨ ਤਾਂ ਸੰਦੀਪ ਨੇ ਖੜੇ ਹੋ ਕੇ ਪੁੱਛਿਆ ਕਿ ਭਾਰਤ ਵਿੱਚ ਕੋਈ ਅਜਿਹਾ ਪਹਾੜੀ ਸ਼੍ਰੇਣੀ ਵੀ ਹੈ ਉਸ ਖੇਤਰ ਵਿੱਚ ਹੈ ਜੋ ਉੱਥੇ ਹੁੰਦੇ ਹੋਏ ਮੀਂਹ ਲਿਆਉਣ ਵਿੱਚ ਮਦਦ ਨਹੀਂ ਕਰਦੀ, ਯਾਨੀ ਕਿ ਕੋਈ ਪਹਾੜੀ ਸ਼੍ਰੇਣੀ ਜੋ ਮੀਂਹ ਲਿਆਉਣ ਵਿੱਚ ਮਦਦ ਨਹੀਂ ਕਰਦੀ। ਤਾਂ ਅਰਾਵਲੀ ਪਹਾੜ ਕਿਉਂਕਿ ਰਾਜਸਥਾਨ ਦੇ ਵਿੱਚ ਹੈ, ਤਾਂ ਇਸ ਦੀ ਜਿਹੜਾ ਸਹੀ ਆਨਸਰ ਹੋਏਗਾ ਅਰਾਵਲੀ। ਮਨਪ੍ਰੀਤ ਆਪਣੀ ਮਾਂ ਨਾਲ ਇੱਕ ਪਿੰਡ ਵਿੱਚੋਂ ਲੰਘ ਰਿਹਾ ਸੀ। ਬੜੇ ਧਿਆਨ ਨਾਲ ਪ੍ਰਸ਼ਨ ਪੜ੍ਹਨੇ ਆ ਫਿਰ ਆਨਸਰ ਟਿਕ ਕਰਨਾ। ਉਸਨੇ ਕੁਝ ਕੁੜੀਆਂ ਨੂੰ ਪਿੱਪਲ ਦੇ ਦਰਖਤ ਉੱਤੇ ਚਰਖੇ ਕੱਤਦਿਆਂ ਨੱਚਦੇ ਤੇ ਪੀਂਘਾਂ ਝੂਟਦੇ ਹੋਏ ਦੇਖਿਆ। ਉਸਦੀ ਮਾਂ ਨੇ ਕਿਹਾ ਕਿ ਇਹ ਤੀਆਂ ਦਾ ਤਿਉਹਾਰ ਹੈ। ਵਿਦਿਆਰਥੀਓ, ਇਹ ਤਿਉਹਾਰ ਕਿਸ ਮੌਸਮ ਵਿੱਚ ਮਨਾਇਆ ਜਾਂਦਾ ਹੈ? ਤਾਂ ਤੀਆਂ ਦਾ ਤਿਉਹਾਰ ਸਾਉਣ ਦੇ ਮਹੀਨੇ ਹੁੰਦਾ ਹੈ। ਪੰਜਾਬ ਦੇ ਲੋਕਾਂ ਨੂੰ ਪਤਾ ਹੀ ਹੈ, ਪੰਜਾਬ ਦੇ ਬੱਚਿਆਂ ਨੂੰ ਵੀ ਪਤਾ ਹੈ। ਤਾਂ ਸਾਉਣ ਦਾ ਮਹੀਨਾ ਮੌਨਸੂਨ ਦੀ ਰੁੱਤ ਹੁੰਦੀ ਹੈ, ਤਾਂ ਅਸੀਂ ਮੌਨਸੂਨ ਇਹਦਾ ਸਹੀ ਟਿਕ ਕਰਾਂਗੇ। ਸੁਰਜੀਤ ਨੇ ਆਪਣੇ ਦੋਸਤ ਨੂੰ ਦੱਸਿਆ ਕਿ ਉਹ ਭਾਰਤ ਦੇ ਸਭ ਤੋਂ ਵੱਧ ਮੀਂਹ ਵਾਲੇ ਖੇਤਰ ਵਿੱਚ ਜਾਣਾ ਚਾਹੁੰਦਾ ਹੈ। ਬੱਚੇ, ਤੁਸੀਂ ਆਪਣੇ ਦੋਸਤ ਨੂੰ ਕਿੱਥੇ ਜਾਣ ਲਈ ਸਲਾਹ ਦੇਵੋਗੇ? ਤਾਂ ਮਨੇਸਨ ਰਾਮ, ਜਿੱਥੇ ਕਿ ਭਾਰਤ ਦੀ ਕੀ ਸੰਸਾਰ ਦੀ ਸਭ ਤੋਂ ਵੱਧ ਬਾਰਿਸ਼ ਹੁੰਦੀ ਹੈ। ਮਲਿਕਾ ਅਰਜੁਨ ਕੇਰਲ ਦੀ ਰਹਿਣ ਵਾਲੀ ਹੈ ਤੇ ਗਰਮੀਆਂ ਦੇ ਮੌਸਮ ਵਿੱਚ ਸਮੁੰਦਰ ਦੇ ਨਾਲ ਲੱਗ ਹੋਣ ਕਰਕੇ ਹਵਾਵਾਂ ਆਉਂਦੀਆਂ ਹਨ ਤੇ ਭਾਰੀ ਬੂੰਦਾਂ ਨਾਲ ਮੀਂਹ ਪੈਂਦਾ ਹੈ। ਇਸ ਨੂੰ ਸਥਾਨਕ ਭਾਸ਼ਾ ਵਿੱਚ ਕੀ ਕਹਿੰਦੇ ਆ? ਮੌਨਸੂਨ ਤੋਂ ਪਹਿਲਾਂ ਦੀ ਬਾਰਿਸ਼, ਅੰਬਾਂ ਦੀ ਬਾਖਾਂ, ਫੁੱਲਾਂ ਦੀ ਵਰਖਾ ਜਾਂ ਉੱਤੇ ਦਿੱਤੇ ਸਾਰੇ। ਤਾਂ ਇਹ ਸਾਰੇ ਦੇ ਸਾਰੇ ਹੀ ਸਹੀ ਹੈ। ਮੌਨਸੂਨ ਪਹਿਲਾਂ ਦੀ ਬਾਰਿਸ਼ ਵੀ ਬੋਲਦੇ ਆ, ਅੰਬਾਂ ਦੀ ਵਰਸ਼ਾ ਵੀ ਤੇ ਫੁੱਲਾਂ ਦੀ ਵਰਖਾ ਵੀ। ਅਗਲਾ ਕੁਐਸਚਨ ਹੈ, ਜਦੋਂ ਨਵੀਂ ਨਾਲ ਪੱਛਮੀ ਹਵਾਵਾਂ 30 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਦੇ ਨਾਲ ਭੂਮੱਧ ਰੇਖਾ ਨੂੰ ਪਾਰ ਕਰਦੀਆਂ ਹਨ ਅਤੇ 1 ਜੂਨ ਨੂੰ ਕੇਰਲ ਦੇ ਤੱਟ ਤੇ ਪਹੁੰਚਦੀਆਂ ਹਨ ਤਾਂ ਅਚਾਨਕ ਭਾਰੀ ਮੀਂਹ ਪੈਂਦਾ ਹੈ, ਤਾਂ ਅਜਿਹੀ ਬਾਰਿਸ਼ ਨੂੰ ਕੀ ਕਹਿੰਦੇ ਹਨ? ਤਾਂ ਮਾਨਸੂਨ ਦਾ ਫਟਣਾ ਕਿਹਾ ਜਾਂਦਾ ਹੈ ਅਜਿਹੀ ਬਾਰਿਸ਼ ਨੂੰ। ਕਈ ਵਾਰੀ ਗਰਮੀਆਂ ਵਿੱਚ ਮੌਨਸੂਨ ਦੀ ਬਾਰਿਸ਼ ਨਿਰੰਤਰ ਨਹੀਂ ਹੁੰਦੀ ਅਤੇ ਕੁਝ ਦਿਨ ਜਾਂ ਹਫ਼ਤਿਆਂ ਦੇ ਅੰਤ ਨਾਲ ਹੁੰਦੀ ਹੈ, ਤਾਂ ਇਹ ਮੀਂਹ ਦੇ ਚੱਕਰ ਨੂੰ ਤੋੜਦਾ ਹੈ। ਇਹ ਸੁੱਕੇ ਸਮੇਂ ਨੂੰ ਕੀ ਕਹਿੰਦੇ ਹਨ? ਯਾਨੀ ਕਿ ਜਦੋਂ ਇਹ ਮੀਂਹ ਨਹੀਂ ਆਉਂਦਾ ਤਾਂ ਇਸ ਨੂੰ ਬੋਲਦੇ ਆ ਮਾਨਸੂਨ ਬ੍ਰੇਕ।
ਠੀਕ ਹੈ ਜੀ। ਬੰਗਾਲ ਦੀ ਦਹਿਸ਼ਤ ਕਿਸ ਨੂੰ ਕਿਹਾ ਜਾਂਦਾ ਹੈ? ਬਹੁਤ ਹੀ ਮਹੱਤਵਪੂਰਨ ਪੁੱਛਿਆ ਜਲ ਹਾਇਆ ਸਿੰਥ ਨਾਂ ਦਾ ਜਿਹੜਾ ਪੌਦਾ ਹੈ ਉਸ ਨੂੰ ਬੰਗਾਲ ਦੀ ਦਹਿਸ਼ਤ ਕਿਹਾ ਜਾਂਦਾ ਹੈ। ਭਾਰਤ ਦੀ ਸਭ ਤੋਂ ਉੱਚੀ ਚੋਟੀ ਕਿਹੜੀ ਹੈ? ਗੋਡਵਿਨ ਆਸਟਨ K2 ਵੀ ਬੋਲਦੇ ਆ। ਭਾਰਤ ਦੀ ਸਭ ਤੋਂ ਉੱਚੀ ਚੋਟੀ ਹੈ। ਭਾਰਤੀ ਧਰਾਤਲ ਦਾ ਕਿਹੜਾ ਭਾਗ ਦੁਨੀਆ ਦੇ ਪ੍ਰਾਚੀਨਤਮ ਸੁਪਰ ਮਹਾਦੀਪ ਪੈਂਜੀਆ ਦਾ ਹਿੱਸਾ ਹੈ? ਤਾਂ ਪ੍ਰਾਇਦੀਪੀ ਪਠਾਰ ਇਸ ਦਾ ਸਹੀ ਆਨਸਰ ਹੋਏਗਾ। ਬਹੁਤ ਹੀ ਮਹੱਤਵਪੂਰਨ ਪ੍ਰਸ਼ਨ ਹੈ ਵੀ। ਧਰਾਤਲ ਤੋਂ 3 ਕਿਲੋਮੀਟਰ ਦੀ ਉਚਾਈ ਤੋਂ ਬਾਅਦ ਉੱਪਰ ਵਾਯੂਮੰਡਲ ਤੇ ਤੇਜ਼ ਗਤੀ ਨਾਲ ਚੱਲਣ ਵਾਲੀਆਂ ਤੇਜ਼ ਹਵਾਵਾਂ ਨੂੰ ਕੀ ਕਿਹਾ ਜਾਂਦਾ ਹੈ? ਜੈਟ ਸਟਰੀਮ ਇਸ ਦਾ ਸਹੀ ਆਨਸਰ ਰਹੇਗਾ। ਦੇਸ਼ ਦੀ ਸਭ ਤੋਂ ਵੱਧ ਵਰਖਾ ਕਿੱਥੇ ਹੁੰਦੀ ਹੈ? ਬੜੇ ਹੀ ਧਿਆਨ ਨਾਲ ਇਸ ਦੇ ਆਪਸ਼ਨ ਪੜ੍ਹਨੇ ਆ। ਹਿਮਾਲਿਆ ਨਹੀਂ ਟਿਕ ਕਰਨਾ, ਇੱਥੇ ਅਸੀਂ ਮੇਘਾਲਿਆ ਦੀਆਂ ਪਹਾੜੀਆਂ ਟਿਕ ਕਰਾਂਗੇ। ਮੇਘਾਲਿਆ ਦੀਆਂ ਪਹਾੜੀਆਂ ਵਿੱਚ। ਭਾਰਤੀ ਜਲਵਾਯੂ ਨੂੰ ਪ੍ਰਭਾਵਿਤ ਕਰਨ ਵਾਲੇ ਤੱਤਾਂ ਦੇ ਨਾਂ ਲਿਖੋ। ਭੂਮੱਧ ਰੇਖਾ ਤੋਂ ਦੂਰੀ, ਮੌਨਸੂਨੀ ਪੌਣਾ, ਮੌਸਮੀ ਪੌਣਾ, ਹਿੰਦ ਮਹਾਸਾਗਰ ਦੀ ਨੇੜਤਾ ਪ੍ਰੋਕਰ, ਸਾਰੇ ਹੀ ਇਹ ਕਾਰਨ ਜਿਹੜੇ ਭਾਰਤ ਦੀ ਜਲਵਾਯੂ ਨੂੰ ਪ੍ਰਭਾਵਿਤ ਕਰਦੇ ਹਨ। ਅਗਲਾ ਪ੍ਰਸ਼ਨ ਬੜੇ ਹੀ ਧਿਆਨ ਨਾਲ, ਇਸ ਤਰ੍ਹਾਂ ਦੇ ਸਾਨੂੰ ਪ੍ਰਸ਼ਨ ਵੀ ਆਉਣਗੇ, ਇਸ ਨੂੰ ਬੜੇ ਧਿਆਨ ਨਾਲ ਕਰਨਾ। ਸਹੀ ਮਿਲਾਨ ਕਰਨਾ ਹੈ ਅਸੀਂ। ਸਹੀ ਮਿਲਾਨ ਕਰਨ ਤੋਂ ਬਾਅਦ ਨੀਚੇ ਲਿਖੇ ਉੱਤਰਾਂ ਦੇ ਵਿੱਚ ਜੋ ਸਹੀ ਸਾਡੇ ਵਿਕਲਪ ਹੈ ਉਸ ਤੇ ਟਿਕ ਕਰਨਾ ਹੈ। ਮੱਧ, ਅਸੀਂ ਜਾਣਦੇ ਹਾਂ ਕਿ ਜੂਨ ਮੱਧ ਤੋਂ ਸਤੰਬਰ ਤੱਕ ਜਿਹੜੀ ਹੈਗੀ ਆ ਉਹ ਰੁੱਤ ਹੁੰਦੀ ਆ, ਵਰਖਾ ਰੁੱਤ ਹੁੰਦੀ ਆ। ਦਸੰਬਰ ਤੋਂ ਫਰਵਰੀ ਤੱਕ ਦੀ ਰੁੱਤ ਸਰਦੀ ਰੁੱਤ ਹੁੰਦੀ ਹੈ ਤੇ ਦੇਸ਼ ਦੇ ਉੱਤਰੀ ਮੈਦਾਨਾਂ ਵਿੱਚ ਚੱਲਣ ਵਾਲੀ ਸਥਾਨਕ ਪੌਣ ਨੂੰ ਲੂ ਆਖਦੇ ਆ। ਤਾਂ ਇਸ ਦਾ ਜਿਹੜਾ ਸਹੀ ਆਨਸਰ ਹੋਗਾ, 1 ਨੂੰ ਈ ਦੇ ਨਾਲ ਮਿਲਾਇਆ ਜਾਏਗਾ, 2 ਨੂੰ ਏ ਦੇ ਨਾਲ ਮਿਲਾਇਆ ਜਾਏਗਾ, 3 ਨੂੰ ਸੌਰੀ ਇੱਥੇ ਥੋੜੀ ਗਲਤੀ ਹੋ ਗਈ ਆ, 2 ਨੂੰ ਬੀ ਨਾਲ ਮਿਲਾਇਆ ਜਾਏਗਾ, ਬੜੀ ਏ ਕੈਪੀਟਲ ਏ ਪਾਈ ਹੋਈ ਹੈ, ਤਾਂ 3 ਨੂੰ ਜਿਹੜਾ ਏ ਦੇ ਨਾਲ ਮਿਲਾਇਆ ਜਾਏਗਾ। ਤਾਂ ਇਸ ਤਰ੍ਹਾਂ ਇਸ ਦਾ ਸਹੀ ਆਨਸਰ 2 ਬਣੇਗਾ। ਤਾਂ ਇਸ ਤਰੀਕੇ ਦੇ ਨਾਲ ਤੁਸੀਂ ਇਸ ਤਰ੍ਹਾਂ ਦੇ ਸਵਾਲ ਵੀ ਚੰਗੀ ਤਰ੍ਹਾਂ ਦੇਖਣੇ ਔਰ ਕਰਨੇ ਹਨ। ਸ਼ੇਰ ਭਾਰਤ ਦਾ ਰਾਜਨੀਤਿਕ ਅਤੇ ਸ਼ਾਨਦਾਰ ਜਾਨਵਰ ਹੈ, ਉਸ ਨੂੰ ਜੰਗਲੀ ਜੀਵਾਂ ਦਾ ਰਾਜਾ ਵੀ ਕਿਹਾ ਜਾਂਦਾ ਹੈ। ਪੱਛਮੀ ਬੰਗਾਲ ਗੰਗਾ ਦੇ ਡੈਲਟਾ ਵਿੱਚ ਮਸ਼ਹੂਰ ਬੰਗਾਲ ਸ਼ੇਰ ਯਾਨੀ ਕਿ ਬੰਗਾਲੀ ਸ਼ੇਰ ਜਾਂ ਬੰਗਾਲੀ ਟਾਈਗਰ ਦਾ ਘਰ ਹੈ। ਇਸ ਸਥਾਨ ਦਾ ਨਾਂ ਹੈ ਸੁੰਦਰਬਨ। ਸਹੀ ਆਨਸਰ ਰਹੇਗਾ ਸੁੰਦਰਬਨ। ਧਿਆਨ ਨਾਲ ਪ੍ਰਸ਼ਨ ਪੜ੍ਹਨੇ ਆ ਜੀ। ਸੁਰਜੀਤ ਸੁਲਤਾਨਪੁਰ ਲੋਧੀ ਦੇ ਨੇੜੇ ਹੈਬਤਪੁਰ ਪਿੰਡ ਵਿੱਚ ਰਹਿੰਦਾ ਹੈ। ਉਹਨਾਂ ਦਾ ਪਿੰਡ ਕਾਲੀ ਵੇਈ ਦੇ ਕੰਢੇ ਵਸਿਆ ਹੋਇਆ ਹੈ। ਇੱਕ ਦਿਨ ਸੰਤ ਬੀਰਬਲ ਸਿੰਘ ਜੀ ਸਿੰਚੇਵਾਲ ਕੁਝ ਚੇਲਿਆਂ ਨਾਲ ਉਹਨਾਂ ਦੇ ਪਿੰਡ ਵਿੱਚ ਆਏ ਤੇ ਪਾਣੀ ਵਿੱਚੋਂ ਹਰੇ ਗੁਲਾਬੀ ਫੁੱਲਾਂ ਵਾਲਾ ਇੱਕ ਛੋਟਾ ਜਿਹਾ ਬੂਟਾ ਕੱਢਣ ਲੱਗੇ। ਕੀ ਤੁਸੀਂ ਜਾਣਦੇ ਕਿ ਪੌਦੇ ਦਾ ਨਾਮ ਕੀ ਹੈ? ਜਲ ਹਾਇਆ ਸਿੰਥ ਇਸ ਪੌਦੇ ਦਾ ਨਾਮ ਹੈ। ਇਹ ਪੌਦਾ ਅਕਸਰ ਪਿੰਡਾਂ ਤੇ ਸ਼ਹਿਰਾਂ ਵਿੱਚ ਪਾਇਆ ਜਾਂਦਾ ਹੈ। ਇਹ ਪੌਦਾ ਅਲਰਜੀ, ਸਾਹ ਤੇ ਚਮੜੀ ਦੇ ਰੋਗਾਂ ਦਾ ਕਾਰਨ ਬਣ ਸਕਦਾ ਹੈ। ਇਸ ਵਿਦਿਆਰਥੀ ਇਸ ਤੋਂ ਬਚਦੇ ਹਨ। ਕੀ ਤੁਹਾਨੂੰ ਇਸ ਪੌਦੇ ਦਾ ਪਤਾ ਹੈ? ਤਾਂ ਪਾਰਥੇਨੀਅਮ ਨਾਮ ਦਾ ਜਿਹੜਾ ਪੌਦਾ ਹੈ ਉਹ ਇਸ ਤਰ੍ਹਾਂ ਦਾ ਪੌਦਾ ਹੈ ਜੋ ਅਲਰਜੀ, ਸਾਹ, ਚਮੜੀ ਦੇ ਰੋਗਾਂ ਦਾ ਕਾਰਨ ਬਣਦਾ ਹੈ। ਮੇਰੇ ਚਾਚਾ ਜੈਸਲਮੇਰ ਦੇ ਨੇੜੇ ਰਹਿੰਦਾ ਹੈ। ਇਸ ਦੇ ਆਲੇ ਦੁਆਲੇ ਬੇਲ, ਸਟੀਚ, ਨਿੰਬੂ, ਕੈਕਟਸ ਅਤੇ ਮੂੰਗ ਘਾਹ ਆਦਿ ਹੈ। ਇੱਥੇ ਇੰਨੀ ਬਨਸਪਤੀ ਕਿਉਂ ਹੈ? ਇਸ ਤਰ੍ਹਾਂ ਦੀ ਬਨਸਪਤੀ ਕਿਉਂ ਹੈ ਇੱਥੇ? ਕਿਉਂਕਿ ਇੱਥੇ ਬਹੁਤ ਗਰਮੀ ਹੈ, ਇੱਥੇ ਰੇਤਲੀ ਧਰਤੀ ਹੈ, ਇੱਥੇ ਬਹੁਤ ਘੱਟ ਮੀਂਹ ਪੈਂਦਾ ਹੈ। ਤਾਂ ਉੱਤੇ ਦਿੱਤੇ ਸਾਰੇ ਹੀ ਹੋਣਗੇ ਕਿਉਂਕਿ ਜੈਸਲਮੇਰ ਰਾਜਸਥਾਨ ਦੇ ਵਿੱਚ ਹੈ ਤੇ ਸਾਰੇ ਕਾਰਕ ਜਿਹੜੇ ਉੱਥੋਂ ਦੇ ਹੀ ਹੈ। ਬੱਚਿਓ ਤੁਸੀਂ ਅਕਸਰ ਆਪਣੇ ਮਾਪਿਆਂ ਜਾਂ ਦਾਦਾ ਦਾਦੀ ਨੂੰ ਆਪਣੇ ਘਰ ਵਿੱਚ ਮੰਜਾ, ਇੱਥੇ ਲਿਖਣਾ ਸੀ ਸੌਰੀ ਦੇਖ ਲੈਣਾ ਧਿਆਨ ਦੇ ਨਾਲ, ਮੰਜਾ ਬੁਣਦੇ ਹੋਏ ਦੇਖਿਆ ਹੋਵੇਗਾ। ਕੀ ਤੁਹਾਨੂੰ ਪਤਾ ਹੈ ਕਿ ਇਸ ਉਦੇਸ਼ ਲਈ ਵਰਤਿਆ ਗਿਆ ਵਾਣ ਹੈ ਜਿਹੜਾ ਜਿਸ ਨਾਲ ਉਹ ਮੰਜਾ ਉਣਿਆ ਜਾਂਦਾ ਹੈ ਕਿਸ ਚੀਜ਼ ਦਾ ਬਣਿਆ ਹੁੰਦਾ ਹੈ? ਤਾਂ ਸਰਕੰਡਾ ਅਤੇ ਸਰਕੜਾ ਜਿਹੜਾ ਇਸ ਦਾ ਸਹੀ ਅੰਤਰ ਹੋਏਗਾ। ਅਗਲਾ ਕੁਐਸਚਨ ਹੈ ਜੀ, ਮੁਹੰਮਦ ਸਦੀਕ ਫਰੀਦਕੋਟ ਹਲਕੇ ਤੋਂ ਲੋਕ ਸਭਾ ਚੋਣ ਲੜਨਾ ਚਾਹੁੰਦੇ ਹਨ। ਉਸ ਨੂੰ ਲੋਕ ਸਭਾ ਚੋਣਾਂ ਲੜਨ ਲਈ ਕੁਝ ਸ਼ਰਤਾਂ ਪੂਰੀਆਂ ਕਰਨੀਆਂ ਪੈਣਗੀਆਂ। ਲੋਕ ਸਭਾ ਚੋਣਾਂ ਲੜਨ ਵਾਲੇ ਵੇਲੇ ਹੇਠ ਲਿਖਿਆਂ ਵਿੱਚੋਂ ਕਿਹੜੀਆਂ ਸ਼ਰਤਾਂ ਲਾਗੂ ਹੁੰਦੀਆਂ ਹਨ? ਤਾਂ ਸੌਰੀ ਲਾਗੂ ਨਹੀਂ ਹੁੰਦੀਆਂ। ਤਾਂ ਇਹਦੇ ਵਿੱਚੋਂ ਇੱਕ ਹੀ ਸ਼ਰਤ ਹੈ ਕਿ ਉਸਨੇ ਕਿਸੇ ਵੀ ਬੈਂਕ ਤੋਂ ਕਰਜ਼ਾ ਨਹੀਂ ਲਿਆ ਹੋਵੇ। ਬਾਕੀ ਸਾਰੇ ਆਪਸ਼ਨ ਜਿਹੜੇ ਉਹ ਹੋਣੇ ਚਾਹੀਦੇ ਹਨ, ਪਰ ਇਹ ਜਿਹੜਾ ਬੈਂਕ ਤੋਂ ਕਰਜ਼ਾ ਲੈਣ ਵਾਲਾ ਆਪਸ਼ਨ ਨਹੀਂ ਹੈ ਉਸਦੀਆਂ ਯੋਗਤਾਵਾਂ ਵਿੱਚ। ਸਚਿਨ ਤੇਂਦੁਲਕਰ ਭਾਰਤੀ ਕ੍ਰਿਕਟਰ ਦੇਵਤਾ ਹੈ। ਬੜੇ ਧਿਆਨ ਨਾਲ ਕੁਐਸਚਨ ਪੜ੍ਹਨਾ, ਕੁਐਸਚਨ ਦੇ ਵਿੱਚ ਹੀ ਆਨਸਰ ਮਿਲ ਜਾਂਦਾ ਹੈ। ਕ੍ਰਿਕਟਰ ਦੇਵਤਾ ਹਨ। ਉਸ ਦੀ ਉਮਰ 45 ਸਾਲ ਹੈ। ਇੱਕ ਦਿਨ ਭਾਰਤ ਦੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਉਸ ਨੂੰ ਫੋਨ ਕੀਤਾ ਅਤੇ ਕਿਹਾ ਕਿ ਉਹ ਉਹਨਾਂ ਨੂੰ ਦੇਸ਼ ਦੀ ਸੇਵਾ ਲਈ 6 ਸਾਲ ਦੀ ਸੰਸਦ ਮੈਂਬਰ ਵਜੋਂ ਨਾਮਜ਼ਦ ਕਰਨਾ ਚਾਹੁੰਦੇ ਹਨ। ਤੁਸੀਂ ਜਾਣਦੇ ਹੋ ਕਿ ਸੰਸਦ ਦੇ ਕਿਸ ਸਦਨ ਲਈ ਸਚਿਨ ਤੇਂਦੁਲਕਰ ਨੂੰ ਨਾਮਜ਼ਦ ਕੀਤਾ ਜਾਵੇਗਾ? ਤਾਂ 6 ਸਾਲ ਦੀ ਗੱਲ ਆਈ ਔਰ 45 ਸਾਲ ਉਮਰ ਹੈ ਤੇ ਰਾਸ਼ਟਰਪਤੀ ਖੁਦ ਫੋਨ ਕਰ ਰਹੇ ਤਾਂ ਰਾਜ ਸਭਾ ਦੀ ਗੱਲ ਹੋ ਰਹੀ ਹੈ। ਇੱਥੇ ਰਾਜ ਸਭਾ ਵਿੱਚ ਉਹਨਾਂ ਨੂੰ ਨਾਮਜ਼ਦ ਕੀਤਾ ਜਾ ਰਿਹਾ ਹੈ। ਇਸ ਸਦਨ ਨੂੰ ਸੰਸਦ ਦਾ ਉੱਪਰਲਾ ਸਦਨ ਵੀ ਕਿਹਾ ਜਾਂਦਾ ਹੈ। 250 ਇਸ ਦੇ ਮੈਂਬਰ ਹਨ। ਇਹਨਾਂ ਵਿੱਚ 238 ਮੈਂਬਰ ਵੱਖ-ਵੱਖ ਰਾਜਾਂ ਵੱਲੋਂ ਨਾਮਜ਼ਦ ਕੀਤੇ ਜਾਂਦੇ ਤੇ 12 ਮੈਂਬਰ ਰਾਸ਼ਟਰਪਤੀ ਵੱਲੋਂ ਨਾਮਜ਼ਦ ਕੀਤੇ ਜਾਂਦੇ। ਇਸ ਸੰਸਦ ਦਾ ਨਾਮ ਜੋ ਸਦਨ ਦਾ ਨਾਮ ਹੈ ਤਾਂ ਇਹ ਵੀ ਰਾਜ ਸਭਾ ਦੀ ਗੱਲ ਹੋ ਰਹੀ ਹੈ। ਇਸ ਦਾ ਵੀ ਸਹੀ ਆਨਸਰ ਰਾਜ ਸਭਾ ਹੋਏਗਾ। ਸੰਸਦ ਦੀ ਪ੍ਰਧਾਨਗੀ ਉਪ ਰਾਸ਼ਟਰਪਤੀ ਕਰਦੇ ਹਨ। ਇਸ ਸੰਸਦ ਦੀ ਚੋਣ ਲੜਨ ਲਈ ਘੱਟੋ ਘੱਟ 30 ਸਾਲ ਸ਼੍ਰੀ ਵੈਂਕਈਆ ਨਾਇਡੂ ਇਸ ਦੇ ਚੇਅਰਮੈਨ ਹਨ। ਇਸ ਸੰਸਦ ਦਾ ਨਾਮ ਕੀ ਹੈ? ਤਾਂ ਇਸ ਦਾ ਆਨਸਰ ਵੀ ਰਾਜ ਸਭਾ ਹੀ ਹੋਵੇਗਾ।
ਸੰਯੁਕਤ ਰਾਜ ਅਮਰੀਕਾ ਦੇ ਆਗਾਮੀ ਰਾਸ਼ਟਰਪਤੀ ਚੋਣਾਂ ਵਿੱਚ ਪੂਰੇ ਦੇਸ਼ ਦੇ ਨਾਗਰਿਕ ਵੋਟ ਪਾ ਰਹੇ ਹਨ। ਇੱਕ ਭਾਰਤੀ ਹੋਣ ਦੇ ਨਾਤੇ ਤੁਸੀਂ ਭਾਰਤੀ ਰਾਸ਼ਟਰਪਤੀ ਦੀ ਚੋਣ ਵਿੱਚ ਕਿਵੇਂ ਹਿੱਸਾ ਲਓਗੇ? ਤਾਂ ਭਾਰਤੀ ਰਾਸ਼ਟਰਪਤੀ ਦੀ ਚੋਣ ਵਿੱਚ ਜਿਹੜੇ ਲੋਕ ਆ ਭਾਰਤ ਦੇ ਕਿਸ ਤਰ੍ਹਾਂ ਹਿੱਸਾ ਲੈਂਦੇ ਨੇ? ਸਿੱਧੇ ਤੌਰ ਤੇ ਆਪਣੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ ਜਾਂ ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦਿਆਂ ਰਾਹੀਂ। ਤਾਂ ਸਹੀ ਉੱਤਰ ਹੈ ਸਾਰੇ ਦੇ ਸਾਰੇ ਇਸੇ ਤਰੀਕੇ ਦੇ ਨਾਲ ਅਸਿੱਧੇ ਔਰ ਚੁਣੇ ਹੋਏ ਨੁਮਾਇੰਦੇ ਹਿੱਸਾ ਲੈਂਦੇ ਆ, ਫਿਰ ਵਿਧਾਨ ਸਭਾ ਦੇ ਚੁਣੇ ਹੋਏ ਨੁਮਾਇੰਦੇ ਵੀ ਹਿੱਸਾ ਲੈਂਦੇ ਆ, ਤੇ ਸਾਰੇ ਦਾ ਸਾਰੇ ਹੀ ਸਹੀ ਹਨ। 1969 ਵਿੱਚ ਦੇਸ਼ ਦੇ ਰਾਸ਼ਟਰਪਤੀ ਜ਼ਾਕਿਰ ਹੁਸੈਨ ਦੀ ਮੌਤ ਹੋ ਗਈ ਤੇ ਰਾਸ਼ਟਰਪਤੀ ਦਾ ਅਹੁਦਾ ਖਾਲੀ ਹੋ ਗਿਆ। ਇਸ ਅਹੁਦੇ ਨੂੰ ਭਰਨ ਲਈ ਸ਼੍ਰੀ ਵੀ ਗਿਰੀ ਦੀ ਨਿਯੁਕਤੀ ਕੀਤੀ ਗਈ। ਵਿਦਿਆਰਥੀਓ, ਜਦੋਂ ਰਾਸ਼ਟਰਪਤੀ ਮਰ ਜਾਂਦਾ ਹੈ ਜਾਂ ਅਸਤੀਫਾ ਦੇ ਦਿੰਦਾ ਹੈ, ਕੌਣ ਰਾਸ਼ਟਰਪਤੀ ਅਹੁਦਾ ਸੰਭਾਲਦਾ ਹੈ? ਤਾਂ ਇਸ ਦਾ ਸਹੀ ਉੱਤਰ ਰਹੇਗਾ ਉਪ ਰਾਸ਼ਟਰਪਤੀ। ਹੇਠ ਲਿਖਿਆਂ ਵਿੱਚੋਂ ਕਿਹੜਾ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਹੈ? ਦਿੱਲੀ, ਲੱਦਾਖ, ਚੰਡੀਗੜ੍ਹ ਜਾਂ ਅਸਾਮ? ਤਾਂ ਅਸਾਮ ਇਸ ਦਾ ਸਹੀ ਆਨਸਰ ਰਹੇਗਾ, ਜੋ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਨਹੀਂ ਹੈ। ਕਿਸੇ ਵੀ ਰਾਜ ਦਾ ਸੰਵਿਧਾਨਕ ਮੁਖੀ ਕੌਣ ਹੁੰਦਾ ਹੈ? ਰਾਜਪਾਲ, ਰਾਸ਼ਟਰਪਤੀ, ਪ੍ਰਧਾਨ ਮੰਤਰੀ, ਮੁੱਖ ਮੰਤਰੀ? ਦਾ ਸਹੀ ਉੱਤਰ ਰਹੇਗਾ ਰਾਸ਼ਟਰਪਤੀ। ਤਾਂ ਲਾਸਟ ਵਾਲਾ ਕੁਐਸਚਨ ਹੈ ਜੀ, ਹਰ ਬਿੱਲ ਨੂੰ ਕਾਨੂੰਨ ਬਣਨ ਲਈ ਕਈ ਪੜਾਵਾਂ ਵਿੱਚੋਂ ਲੰਘਣਾ ਪੈਂਦਾ ਹੈ। ਖੇਤੀਬਾੜੀ ਨਾਲ ਸੰਬੰਧਿਤ ਬਿੱਲਾਂ ਵਿੱਚ ਹਰ ਬਦਲਾਅ ਕਰਨ ਦੀ ਮੌਜੂਦਾ ਪ੍ਰਕਿਰਿਆ ਕੀ ਹੈ? ਰਾਜ ਸਭਾ ਵਿੱਚ ਪਾਸ ਹੋਣਾ, ਲੋਕ ਸਭਾ ਵਿੱਚ ਪਾਸ ਹੋਣਾ, ਰਾਸ਼ਟਰਪਤੀ ਦੁਆਰਾ ਮਨਜ਼ੂਰੀ ਅਪਰੂਵ? ਸਾਰੇ ਹਾਂਜੀ, ਪਹਿਲਾਂ ਰਾਜ ਸਭਾ ਲੋਕ ਸਭਾ ਵਿੱਚ ਪਾਸ ਹੋਣ ਤੋਂ ਬਾਅਦ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਹੀ ਕੋਈ ਬਿੱਲ ਕਾਨੂੰਨ ਬਣਦਾ ਹੈ। ਤਾਂ ਇਹ ਸਾਰੇ ਇਸ ਦਾ ਸਹੀ ਆਨਸਰ ਰਹੇਗਾ। ਤਾਂ ਉਮੀਦ ਰਹੇਗੀ ਅੱਜ ਦੀ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ। ਵੱਧ ਤੋਂ ਵੱਧ ਲੋਕਾਂ ਤੱਕ ਵੀਡੀਓ ਪਹੁੰਚਦੀ ਕਰੋ, ਤਾਂ ਕਿ ਤੁਹਾਡੇ ਹੋਰ ਫਰੈਂਡ ਸਰਕਲ ਦੇ ਵਿੱਚ ਮਿੱਤਰ ਰਿਸ਼ਤੇਦਾਰਾਂ ਦੇ ਵਿੱਚ ਲੋਕ ਵੱਧ ਤੋਂ ਵੱਧ ਇਸ ਤਰ੍ਹਾਂ ਹੀ ਰਿਵੀਜ਼ਨ ਕਰਦੇ ਰਹਿਣ। ਬਹੁਤ ਬਹੁਤ ਸ਼ੁਭਕਾਮਨਾਵਾਂ ਤੁਹਾਡੇ ਫਸਟ ਟਰਮ ਦੇ ਪੇਪਰਾਂ ਦੇ ਲਈ। ਆਸਾਨ ਨਹੀਂ ਹੈ ਬਟ ਮੁਸ਼ਕਲ ਵੀ ਨਹੀਂ ਹੈ। ਪੂਰੀ ਤਰੀਕੇ ਨਾਲ ਆਪਣੀ ਤਿਆਰੀ ਦੇ ਨਾਲ ਜਾਓ। ਪੇਪਰ ਵੀ ਇੱਕ ਦਿਨ ਵਿੱਚ 2 ਹੋ ਰਹੇ ਆ, ਤਾਂ ਉਸ ਦੇ ਲਈ ਹੋਰ ਜ਼ਿਆਦਾ ਸਾਨੂੰ ਤਿਆਰੀ ਕਰਨੀ ਪਏਗੀ। ਤਾਂ ਸਾਰਿਆਂ ਨੂੰ ਸ਼ੁਭਕਾਮਨਾਵਾਂ। ਤੁਹਾਡਾ ਸਾਰਿਆਂ ਦਾ ਸ਼ੁਭ ਰਹੇ।